ਹੈਲੋ ਫਰੈਂਡਸ, ਅੱਜ ਆਪਾਂ ਡੂੰਘੀਆਂ ਸਿਖਰਾਂ ਦੇ ਵਿੱਚੋਂ ਨਰਿੰਦਰ ਸਿੰਘ ਕਪੂਰ ਜੀ ਦਾ ਜ਼ਿੰਦਗੀ ਵਿੱਚੋਂ ਗੁਜ਼ਰਦੇ ਹਾਂ। ਇਹ ਇੱਕ ਛੋਟਾ ਜਿਹਾ ਨਿਬੰਧ ਪੜ੍ਹਨ ਲੱਗੇ ਹਾਂ, ਸੋ ਸ਼ੁਰੂ ਕਰਦੇ ਹਾਂ ਜੀ। ਇਹਨਾਂ ਨੇ ਇਹਦੇ ਵਿੱਚ ਆਪਣੇ ਕੀ ਉਹਨਾਂ ਨੇ ਸਿੱਖਿਆ, ਕੀ ਤਜਰਬਾ ਕੀਤਾ, ਉਹਨਾਂ ਬਾਰੇ ਉਹ ਸਾਨੂੰ ਦੱਸਦੇ ਆ। ਸੋ ਧਿਆਨ ਨਾਲ ਸੁਣਿਓ ਸਾਰੇ। ਜ਼ਿੰਦਗੀ ਵਿੱਚੋਂ ਗੁਜ਼ਰਦਿਆਂ ਕੀਤੀਆਂ ਗਲਤੀਆਂ ਦੇ ਕੁੱਲ ਜੋੜ ਨੂੰ ਤਜਰਬਾ ਕਹਿੰਦੇ ਹਨ। ਅਸੀਂ ਹਰ ਉਮਰ ਵਿੱਚ ਗਲਤੀਆਂ ਕਰਦੇ ਹਾਂ। ਕੁਝ ਸਾਡੇ ਨਾ ਚਾਹੁਣ ਦੇ ਬਾਵਜੂਦ ਵੀ ਵਾਪਰ ਜਾਂਦਾ ਹੈ, ਜਿਵੇਂ ਜੋੜੇ ਬੱਚੇ ਹੋ ਜਾਂਦੇ ਹਨ, ਚਾਹੇ ਨਹੀਂ ਜਾਂਦੇ। ਕੁਝ ਗਲਤੀਆਂ ਕਰਨੀਆਂ ਪੈਂਦੀਆਂ ਹਨ, ਜਿਵੇਂ ਵਿਆਹ ਤੋਂ ਮਗਰੋਂ ਕਈ ਵਾਰ ਤਲਾਕ ਦੇਣਾ ਜਾਂ ਲੈਣਾ ਪੈਂਦਾ ਹੈ। ਆਪਣੀ ਅਕਲ ਉੱਤੇ ਜਿਤਨਾ ਮਾਣ 10 ਤੋਂ 20 ਸਾਲ ਦੀ ਉਮਰ ਵਿਚਕਾਰ ਹੁੰਦਾ ਹੈ, ਉਤਨਾ ਮਗਰੋਂ ਕਦੀ ਨਹੀਂ ਹੁੰਦਾ। ਇਹਨਾਂ ਸਾਲਾਂ ਵਿੱਚ ਕੀਤੀਆਂ ਗਲਤੀਆਂ ਸਮੁੱਚੇ ਜੀਵਨ ਉੱਤੇ ਪ੍ਰਭਾਵ ਪਾਉਂਦੀਆਂ ਹਨ। 20 ਤੋਂ 40 ਤੱਕ ਸਾਨੂੰ ਆਪਣੀਆਂ ਸ਼ਕਤੀਆਂ ਦਾ ਹੀ ਗਿਆਨ ਹੁੰਦਾ ਹੈ। ਇਸ ਉਪਰੰਤ ਹੀ ਅਸੀਂ ਆਪਣੀਆਂ ਕਮਜ਼ੋਰੀਆਂ ਤੋਂ ਜਾਣੂ ਹੁੰਦੇ ਹਾਂ। ਸੋਚਣਾ ਅਸੀਂ 50 ਤੋਂ ਮਗਰੋਂ ਆਰੰਭ ਕਰਦੇ ਹਾਂ, ਉਸ ਤੋਂ ਪਹਿਲਾਂ ਅਸੀਂ ਮਹਿਸੂਸ ਹੀ ਕਰਦੇ ਹਾਂ। ਤਜਰਬਾ ਦੱਸਦਾ ਹੈ ਕਿ ਜਿਹੜਾ 10 ਸਾਲ ਦੀ ਉਮਰ ਵਿੱਚ ਚੁਸਤ ਨਹੀਂ, 20 ਸਾਲ ਦੀ ਉਮਰ ਵਿੱਚ ਸੋਹਣਾ ਨਹੀਂ, 30 ਸਾਲ ਦੀ ਉਮਰ ਵਿੱਚ ਤਕੜਾ ਨਹੀਂ, 40 ਸਾਲ ਦੀ ਉਮਰ ਵਿੱਚ ਅਮੀਰ ਨਹੀਂ ਅਤੇ 50 ਸਾਲ ਦੀ ਉਮਰ ਵਿੱਚ ਸਿਆਣਾ ਨਹੀਂ, ਉਸ ਨੂੰ ਕੋਈ ਵੀ ਚੁਸਤ, ਸੋਹਣਾ, ਤਕੜਾ, ਅਮੀਰ ਅਤੇ ਸਿਆਣਾ ਨਹੀਂ ਕਹੇਗਾ। ਪੰਜਾਹ ਤੋਂ ਮਗਰੋਂ ਜੋ ਕੁਝ ਕੀਤਾ ਜਾਂਦਾ ਹੈ, ਉਹ ਪਹਿਲੇ ਕੀਤੇ ਦਾ ਦੁਹਰਾਓ ਹੀ ਹੁੰਦਾ ਹੈ। ਕੁਝ ਨਵਾਂ ਸਿਰਜਣ ਦੀਆਂ ਸੰਭਾਵਨਾਵਾਂ ਨਹੀਂ ਹੁੰਦੀਆਂ। ਸਾਡੇ ਜੀਵਨ ਵਿੱਚ 50 ਸਾਲ ਦੀ ਉਮਰ ਜਵਾਨੀ ਦਾ ਬੁਢੇਪੇ ਅਤੇ ਬੁਢੇਪੇ ਦੀ ਜਵਾਨੀ ਹੁੰਦੀ ਹੈ। ਸੋਚਣਾ ਅਤੇ ਕਰਨਾ ਮਨੁੱਖੀ ਜੀਵਨ ਦੇ ਦੋ ਮੁੱਖ ਖੇਤਰ ਹਨ। ਦੋਹਾਂ ਦੇ ਮੇਲ ਵਿੱਚੋਂ ਚਰਿੱਤਰ, ਸ਼ਖਸੀਅਤ, ਰੁਤਬਾ ਅਤੇ ਖੁਸ਼ਹਾਲੀ ਜਨਮਦੇ ਹਨ। ਜੇ ਸੋਚਣ ਅਤੇ ਕਰਨ ਵਿੱਚ ਇਕਸੁਰਤਾ ਨਾ ਹੋਵੇ ਤਾਂ ਗਲਤੀਆਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਜ਼ਿੰਦਗੀ ਵਿੱਚ ਘਾਟੇ ਪੈਂਦੇ ਹਨ। ਜਵਾਨੀ ਦੀਆਂ ਗਲਤੀਆਂ ਆਪਣੇ ਆਪ ਨੂੰ ਸਿਆਣੇ ਸਮਝਣ ਅਤੇ ਬੁਢੇਪੇ ਦੀਆਂ ਗਲਤੀਆਂ ਹਰੇਕ ਵੱਲੋਂ ਆਪਣੇ ਆਪ ਨੂੰ ਜਵਾਨ ਸਮਝਣ ਦੇ ਭੁਲੇਖੇ ਵਿੱਚੋਂ ਉਪਜਦੀਆਂ ਹਨ। ਗਲਤੀਆਂ ਅਤੇ ਯੋਗਤਾ ਰਾਹੀਂ ਅਸੀਂ ਜ਼ਿੰਦਗੀ ਦੇ ਨੇਮ ਸਮਝਦੇ ਹਾਂ ਅਤੇ ਤਜਰਬੇ ਰਾਹੀਂ ਅਸੀਂ ਜਾਣਦੇ ਹਾਂ ਕਿ ਕਿੱਥੇ ਇਹ ਨੇਮ ਲਾਗੂ ਹੁੰਦੇ ਹਨ ਅਤੇ ਕਿੱਥੇ ਇਹ ਨੇਮ ਲਾਗੂ ਨਹੀਂ ਹੁੰਦੇ। ਰੋਮਨ ਬਾਦਸ਼ਾਹ ਜੂਲੀਅਸ ਸੀਜ਼ਰ ਸਿਆਣਾ ਹੋ ਗਿਆ ਸੀ, ਸੋ ਉਹ ਦੁਨੀਆ ਨੂੰ ਜਿੱਤਣ ਲਈ ਨਹੀਂ ਸੀ ਨਿਕਲਿਆ। ਇਹ ਕੰਮ ਸਿਕੰਦਰ ਨੇ ਕੀਤਾ ਕਿਉਂਕਿ ਉਹ ਜਵਾਨ ਸੀ ਅਤੇ ਉਸਨੇ ਅਜੇ ਸੋਚਣਾ ਆਰੰਭ ਨਹੀਂ ਸੀ ਕੀਤਾ। ਸਿਕੰਦਰ ਨੇ ਵੀ ਗਲਤੀਆਂ ਤੋਂ ਜਾਣ ਲਿਆ ਸੀ ਕਿ ਯੁੱਧ ਵਿੱਚ ਇੱਕ ਗਲਤੀ 2 ਵਾਰ ਕਰਨ ਦੀ ਸਹੂਲਤ ਨਹੀਂ ਹੁੰਦੀ ਅਤੇ ਤਜਰਬੇ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਮੌਤ ਤੋਂ ਸਿਵਾਏ ਮਨੁੱਖ ਸਭ ਕੁਝ ਬਰਦਾਸ਼ਤ ਕਰ ਲੈਂਦਾ ਹੈ। ਗਲਤੀਆਂ ਇਸ ਲਈ ਹੋ ਜਾਂਦੀਆਂ ਹਨ ਕਿਉਂਕਿ ਇਹਨਾਂ ਨੂੰ ਕਰਨਾ ਸੌਖਾ ਹੁੰਦਾ। ਇਹ ਵਧੇਰੇ ਖਿੱਚ ਪਾਉਂਦੀਆਂ ਨੇ ਅਤੇ ਸਾਡਾ ਸੁਭਾਵਿਕ ਵਿਹਾਰ ਦੇ ਨੇੜੇ ਹੁੰਦੀਆਂ ਨੇ। ਗਲਤੀਆਂ ਨਾਲ ਘਾਟਾ ਪੈਂਦਾ ਹੈ, ਪਰ ਯੋਗਤਾ ਵੀ ਉਪਜਦੀ ਹੈ ਅਤੇ ਸਹੀ ਅਤੇ ਗਲਤ ਵਿਚਕਾਰ ਅੰਤਰ ਸਮਝ ਲੈਂਦੇ ਹਾਂ। ਯੋਗਤਾ ਸਾਨੂੰ ਸਿਆਣਾ ਬਣਾਉਂਦੀ ਹੈ, ਪਰ ਖੁਸ਼ਹਾਲ ਅਸੀਂ ਕਾਰਜਾਂ ਅਤੇ ਮਿਹਨਤ ਨਾਲ ਹੀ ਹੁੰਦੇ ਹਾਂ। ਅਗਿਆਨਤਾ ਨੂੰ ਕੇਵਲ ਸਿੱਖਿਆ ਨਾਲ ਦੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਮਿਹਨਤ ਨਾਲ ਕੰਮ ਕਰਨ ਤੋਂ ਬਿਨਾਂ ਸਿੱਖਿਆ ਵੀ ਅਗਿਆਨਤਾ ਨੂੰ ਦੂਰ ਨਹੀਂ ਕਰ ਸਕਦੀ।
ਸੁਸਤੀ ਦੀ ਸਜ਼ਾ ਅਸਫਲਤਾ ਹੀ ਨਹੀਂ ਹੁੰਦੀ, ਗਰੀਬੀ, ਸਾੜਾ, ਈਰਖਾ ਅਤੇ ਦੁਸ਼ਮਣੀ ਵੀ ਹੁੰਦੀ ਹੈ। ਕੁਝ ਕਰਨ ਤੋਂ ਪਹਿਲੇ ਆਰਾਮ ਕਰਨ ਦੀ ਆਦਤ ਨੂੰ ਸੁਸਤੀ ਕਹਿੰਦੇ ਹਨ। ਸੁਸਤ ਵਿਅਕਤੀ ਉੱਤੇ ਨਾ ਕੋਈ ਗਿਆਨ ਅਸਰ ਕਰਦਾ ਹੈ, ਨਾ ਹੀ ਕੋਈ ਦਵਾਈ। ਸੁਸਤ ਵਿਅਕਤੀ ਪਰਿਵਰਤਨ ਦੇ ਵਿਰੋਧੀ ਹੁੰਦੇ ਹਨ। ਤਜਰਬਾ ਦੱਸਦਾ ਹੈ ਕਿ ਠੀਕ ਸੋਚ ਵਾਲੇ ਵਿਅਕਤੀ ਇਨਕਲਾਬ ਨਹੀਂ ਲਿਆ ਸਕਦੇ, ਉਹ ਚਿੰਤਕ ਹੋਣ ਕਰਕੇ ਸੁਧਾਰ ਹੀ ਲਿਆ ਸਕਦੇ ਹਨ। ਗਲਤ ਸੋਚ ਵਾਲੇ ਲੋਕ ਧੀਰਜਵਾਨ ਅਤੇ ਸਹਿਣਸ਼ੀਲ ਨਹੀਂ ਹੁੰਦੇ, ਸੋ ਉਹ ਆਤੰਕਵਾਦੀ ਜਾਂ ਅੱਤਵਾਦੀ ਹੋ ਨਿਬੜਦੇ ਹਨ। ਇਨਕਲਾਬ ਉਹੀ ਲਿਆਉਂਦੇ ਹਨ ਜਿਨ੍ਹਾਂ ਦੇ ਕਾਰਜਾਂ ਪਿੱਛੇ ਇੱਕ ਸ਼ਕਤੀਸ਼ਾਲੀ ਵਿਚਾਰਧਾਰਾ ਹੁੰਦੀ ਆ। ਇਨਕਲਾਬੀ ਵੀ ਵਕਤ ਦੇ ਬੀਤਣ ਨਾਲ ਪਰਿਵਰਤਨ ਦਾ ਵਿਰੋਧ ਅਤੇ ਵਿਰੋਧੀਆਂ ਨੂੰ ਕਤਲ ਕਰਨ ਦਾ ਪਾਪ ਕਰਨ ਲੱਗ ਪੈਂਦੇ ਹਨ। ਵੱਖਰੇ ਰਾਹ ਵਾਂਗ ਹਰ ਚੀਜ਼ ਦਾ ਨੇਮ ਵੀ ਵੱਖਰਾ ਹੈ। ਅੱਗ ਗਰਮ ਹੈ, ਪਾਣੀ ਠੰਡਾ ਹੈ। ਅੱਗ ਸਾੜਦੀ ਹੈ, ਉੱਪਰ ਵੱਲ ਜਾਂਦੀ ਹੈ। ਪਾਣੀ ਬੁਝਾਉਂਦਾ ਹੈ, ਥੱਲੇ ਵੱਲ ਆਉਂਦਾ ਹੈ। ਦੋਹਾਂ ਬਾਰੇ ਸੋਚੀਏ ਤਾਂ ਹੀ ਗੱਲ ਸਮਝ ਆਉਂਦੀ ਹੈ। ਸੰਸਾਰ ਵਿੱਚ ਚੰਗੇ ਵੀ ਹਨ, ਮਾੜੇ ਵੀ ਸੰਸਾਰ ਵਿੱਚ ਹੀ ਹਨ। ਸੰਪੂਰਨ ਗਿਆਨ ਮੁਕਤ ਕਰਦਾ ਹੈ, ਅਧੂਰਾ ਗਿਆਨ ਥਕਾਉਂਦਾ ਅਕਾਉਂਦਾ ਹੈ। ਇਵੇਂ ਹੀ ਸੰਸਾਰ ਵਿੱਚ ਕੁਝ ਵੀ ਅੰਤਿਮ ਨਹੀਂ, ਨਾ ਸਫਲਤਾ, ਨਾ ਅਸਫਲਤਾ, ਨਾ ਅਮੀਰੀ, ਨਾ ਗਰੀਬੀ, ਨਾ ਸਮਝੌਤਾ, ਨਾ ਝਗੜਾ, ਨਾ ਤੁਸੀਂ ਅਤੇ ਨਾ ਹੀ ਮੈਂ। ਸੰਸਾਰ ਵਿੱਚ ਕੁਝ ਵੀ ਪਹਿਲੀ ਵਾਰ ਨਹੀਂ ਹੋ ਰਿਹਾ ਅਤੇ ਕੁਝ ਵੀ ਅੰਤਿਮ ਵਾਰ ਨਹੀਂ ਹੋਵੇਗਾ। ਤਜਰਬਾ ਦੱਸਦਾ ਹੈ ਕਿ ਜਿਸ ਦਾ ਆਪਣਿਆਂ ਨਾਲ ਝਗੜਾ ਨਹੀਂ ਹੁੰਦਾ, ਉਸਨੂੰ ਅੱਧੀ ਮਾਨਵ ਜਾਤੀ ਦੀਆਂ ਆਦਤਾਂ ਦਾ ਪਤਾ ਹੀ ਨਹੀਂ ਲੱਗਦਾ। ਜਿਸ ਨੇ ਵਿਆਹ ਨਹੀਂ ਕੀਤਾ, ਉਹ ਜਾਣ ਹੀ ਨਹੀਂ ਸਕਦਾ ਕਿ ਸੰਸਾਰ ਕੀ ਹੈ। ਜਿਸ ਨੇ ਪ੍ਰੇਮ ਨਹੀਂ ਕੀਤਾ, ਉਹ ਸਾੜੇ ਅਤੇ ਈਰਖਾ ਤੋਂ ਜਾਣੂ ਨਹੀਂ ਹੋ ਸਕਦਾ। ਵੇਖਿਆ ਗਿਆ ਹੈ ਕਿ ਵਸਤਾਂ ਅਤੇ ਪ੍ਰੇਮੀ ਫਾਸਲੇ ਕਰਕੇ ਸੋਹਣੇ ਲੱਗਦੇ ਹਨ। ਪ੍ਰੇਮੀ ਵਿਚਕਾਰ ਉਮਰਾਂ ਦਾ ਜਾਂ ਰਸਤਿਆਂ ਦਾ ਫਾਸਲਾ ਹੁੰਦਾ ਹੈ। ਜਦੋਂ ਉਹ ਵਿਆਹੇ ਜਾਂਦੇ ਹਨ ਤਾਂ ਫਾਸਲੇ ਦੀ ਉਪਜਾਈ ਸੁੰਦਰਤਾ ਮੁੱਕ ਜਾਂਦੀ ਹੈ। ਬਹੁਤ ਨੇੜਿਓਂ ਸ਼ੀਸ਼ੇ ਵਿੱਚ ਵੇਖਿਆਂ ਚਿਹਰੇ ਦੇ ਨੁਕਸ ਹੀ ਦਿਖਾਈ ਦਿੰਦੇ ਹਨ। ਪਹਾੜ ਦੂਰੋਂ ਬੜੇ ਸੋਹਣੇ ਲੱਗਦੇ ਹਨ, ਨੇੜੇ ਪਹੁੰਚ ਕੇ ਮਿੱਟੀ ਹੀ ਨਜ਼ਰ ਆਉਂਦੀ ਹੈ। ਸਾਨੂੰ ਪੁਰਾਣੇ ਥਕਾਉਣ ਲੱਗ ਪੈਂਦੇ ਹਨ ਅਤੇ ਨਵਿਆਂ ਵਿੱਚ ਦਿਲਚਸਪੀ ਉਪਜ ਪੈਂਦੀ ਹੈ। ਭਰਮ ਭੁਲੇਖਿਆਂ ਦਾ ਨਵਾਂ ਦੌਰ ਸ਼ੁਰੂ ਹੋ ਜਾਂਦਾ ਹੈ। ਇਵੇਂ ਸੰਸਾਰ ਨਾਲ ਸਾਨੂੰ ਚਲਾਕੀ ਨਾਲ ਪਕੜ ਲੈਂਦਾ ਹੈ। ਜੀਵਨ ਦਾ ਦਸਤੂਰ ਦੱਸਦਾ ਹੈ ਕਿ ਜੇ ਤੁਸੀਂ ਕਰਜ਼ਾ ਲਵੋਗੇ ਤਾਂ ਲੈਣ ਵੇਲੇ 20 ਮਿੰਟ ਹੀ ਲੱਗਣਗੇ, ਪਰ ਕਰਜ਼ਾ ਮੋੜਨ ਵੇਲੇ 20 ਸਾਲ ਲੱਗਣਗੇ। ਉਮਰ ਕੋਈ ਹੋਵੇ, ਕਰਜ਼ਾ ਲੈ ਕੇ ਲੱਗੇਗਾ ਕਿ ਤੁਸੀਂ 60 ਸਾਲ ਦੇ ਹੋ ਗਏ ਹੋ। ਕਰਜ਼ਾ ਲੈਣਾ ਸੌਖਾ ਹੈ, ਬੱਚਤ ਕਰਕੇ ਕੁਝ ਖਰੀਦਣਾ ਔਖਾ ਹੈ। ਪਰ ਕਦਰ ਤਾਂ ਹੀ ਪੈਂਦੀ ਹੈ ਜੇ ਔਖੇ ਕੰਮ ਕੀਤੇ ਜਾਣ। ਧਾਰਮਿਕ ਅਤੇ ਪਰੰਪਰਾਗਤ ਸੋਚ ਵਾਲੇ ਵਿਅਕਤੀ ਆਪਣੇ ਜੀਵਨ ਵਿੱਚ ਕੁਝ ਔਖਾ ਜਾਂ ਨਵਾਂ ਨਹੀਂ ਕਰਦੇ, ਇਸ ਲਈ ਉਹ ਜੀਵਨ ਦੇ ਵਿਚਕਾਰ ਜਿਹੇ ਵਿਚਰ ਕੇ ਸੰਤੁਸ਼ਟ ਹੋ ਜਾਂਦੇ ਹਨ। ਸੈਰ ਜਾਂ ਕਸਰਤ ਕਰਨੀ ਔਖਾ ਕੰਮ ਹੈ, ਪਰ ਇਹਨਾਂ ਨਾਲ ਜੀਵਨ ਸੌਖਾ ਹੋ ਜਾਂਦਾ ਹੈ। ਸੈਰ ਜਾਂ ਕਸਰਤ ਦਾ ਉਦੇਸ਼ ਸਰੀਰ ਦੀ ਤੰਦਰੁਸਤੀ ਹੀ ਨਹੀਂ ਹੁੰਦਾ, ਮਨ ਦੀ ਸ਼ਾਂਤੀ ਅਤੇ ਸਫਲਤਾ ਦਾ ਅਹਿਸਾਸ ਵੀ ਹੁੰਦਾ ਹੈ। ਹਰੇਕ ਸਫਲ ਵਿਅਕਤੀ ਪਿੱਛੇ ਅਸਫਲਤਾ ਦੇ ਅਨੇਕਾਂ ਵਰ੍ਹੇ ਹੁੰਦੇ ਹਨ। ਹਰੇਕ ਸਫਲ ਵਿਅਕਤੀ ਪਿੱਛੇ ਅਸਫਲਤਾ ਦੇ ਅਨੇਕਾਂ ਵਰ੍ਹੇ ਹੁੰਦੇ ਹਨ।
ਸਫਲ ਵਿਅਕਤੀ ਉਹ ਅਕਾਊ ਅਤੇ ਥਕਾਊ ਕੰਮ ਵੀ ਕਰਦੇ ਹਨ ਜਿਨ੍ਹਾਂ ਨੂੰ ਸੁਸਤ ਜਾਂ ਅਸਫਲ ਵਿਅਕਤੀ ਪਸੰਦ ਨਹੀਂ ਕਰਦੇ। ਇਹਨਾਂ ਔਖੇ ਕੰਮਾਂ ਨੂੰ ਪਸੰਦ ਤਾਂ ਸਫਲ ਵਿਅਕਤੀ ਵੀ ਨਹੀਂ ਕਰਦੇ, ਪਰ ਆਪਣੇ ਉਦੇਸ਼ ਦੀ ਪੂਰਤੀ ਲਈ ਸਫਲ ਵਿਅਕਤੀ ਆਪਣੀ ਪਸੰਦ ਜਾਂ ਨਾਪਸੰਦ ਨੂੰ ਰੁਕਾਵਟ ਨਹੀਂ ਬਣਨ ਦਿੰਦੇ। ਕਈ ਕੰਮ ਇੱਕ ਵਾਰੀ ਹੀ ਕਰਨਯੋਗ ਹੁੰਦੇ ਹਨ ਅਤੇ ਠੀਕ ਢੰਗ ਨਾਲ ਕਰਨਯੋਗ ਹੁੰਦੇ ਹਨ, ਜਿਵੇਂ ਜਨਮ ਲੈਣਾ, ਵਿਆਹ ਕਰਵਾਉਣਾ ਅਤੇ ਮਰਨਾ। ਠੀਕ ਢੰਗ ਅਪਣਾਉਣ ਕਰਕੇ ਅਸੀਂ ਵੀ ਨਿਆਂਪੂਰਨ ਹੋ ਜਾਂਦੇ ਹਾਂ। ਇਹ ਰਾਹ ਔਖਾ ਹੈ, ਪਰ ਇਹ ਤਸੱਲੀ ਵਾਲਾ ਰਾਹ ਹੈ। ਸੰਸਾਰ ਨਿਆਂਪੂਰਨ ਨਹੀਂ ਹੈ, ਅਸੀਂ ਹੀ ਸੰਸਾਰ ਹਾਂ, ਅਸੀਂ ਵੀ ਨਿਆਂਪੂਰਨ ਨਹੀਂ ਹਾਂ। ਮੇਰੇ ਇੱਕ ਗੁਆਂਢੀ ਨੇ ਜਦੋਂ ਮਕਾਨ ਬਦਲਿਆ ਤਾਂ ਨਵੇਂ ਮਕਾਨ ਵਿੱਚ ਨੇੜੇ ਦੇ ਕਸਬੇ ਵਿੱਚੋਂ ਬਣਦੇ ਮਸ਼ਹੂਰ ਗਮਲੇ ਖਰੀਦਣ ਦਾ ਮਨ ਬਣਾਇਆ। ਪਤਾ ਲੱਗਣ 'ਤੇ ਆਂਢੀਆਂ ਗੁਆਂਢੀਆਂ ਨੇ ਵੀ 2-2, 3-3 ਦਰਜਨ ਗਮਲੇ ਮੰਗਵਾਉਣ ਦੀ ਬੇਨਤੀ ਕੀਤੀ। ਜਦੋਂ ਗਮਲੇ ਆਏ ਤਾਂ 30 ਦਰਜਨ ਗਮਲਿਆਂ ਵਿੱਚੋਂ 1.5 ਦਰਜਨ ਗਮਲੇ ਟੁੱਟ ਗਏ ਸਨ। ਸਾਰੇ ਗੁਆਂਢੀ ਆਏ ਤੇ ਛਾਂਟ ਕੇ ਸਬੂਤੇ ਗਮਲੇ ਲੈ ਗਏ ਅਤੇ ਟੁੱਟੇ ਗਮਲੇ ਉੱਥੇ ਹੀ ਪਏ ਰਹੇ। ਇਵੇਂ ਗੁਆਂਢੀਆਂ ਨੂੰ ਸੇਵਾ ਦਾ ਫਲ ਟੁੱਟੇ ਗਮਲਿਆਂ ਵਿੱਚ ਮਿਲਿਆ। ਸੰਸਾਰ ਨਿਆਂਪੂਰਨ ਨਹੀਂ ਹੈ, ਇਸੇ ਕਰਕੇ ਲੋਕ ਦੁਖੀ ਹਨ। ਜਦੋਂ ਕੋਈ ਬੇਈਮਾਨ ਕਿਸੇ ਸਾਊ ਜਾਂ ਇਮਾਨਦਾਰ ਬੰਦੇ ਨੂੰ ਤੰਗ ਕਰਨਾ ਚਾਹੁੰਦਾ ਹੈ ਤਾਂ ਉਸ ਦਾ ਦਿਲ ਸਖਤ, ਵਿਉਂਤ ਪੱਕੀ ਅਤੇ ਇਰਾਦਾ ਦ੍ਰਿੜ ਹੁੰਦਾ ਹੈ। ਸੋ ਇਮਾਨਦਾਰ ਬੰਦਾ ਬੇਈਮਾਨ ਦਾ ਸ਼ਿਕਾਰ ਹੋਣੋਂ ਬਚ ਨਹੀਂ ਸਕਦਾ। ਜਦੋਂ ਕੋਈ ਇਮਾਨਦਾਰ ਜੇ ਕਦੀ ਕਿਸੇ ਬੇਈਮਾਨ ਨੂੰ ਸਜ਼ਾ ਦੇਣ ਲੱਗਦਾ ਹੈ ਤਾਂ ਉਸ ਦਾ ਹਿਰਦਾ ਕੋਮਲ, ਉਸ ਦੀ ਵਿਉਂਤ ਅਧੂਰੀ ਅਤੇ ਉਹ ਇੱਕ ਸੀਮਾ ਤੋਂ ਵਧੇਰੇ ਸਖਤ ਹੋ ਹੀ ਨਹੀਂ ਸਕਦਾ। ਇਸ ਲਈ ਉਸ ਦੇ ਪੋਲੇ ਯਤਨਾਂ ਕਾਰਨ ਬੇਈਮਾਨ ਬਚ ਨਿਕਲਦਾ ਹੈ। ਤਜਰਬਾ ਦੱਸਦਾ ਹੈ ਕਿ ਜਿਨ੍ਹਾਂ ਕੋਲ ਅਧਿਕ ਕੱਪੜੇ ਹੁੰਦੇ ਹਨ, ਉਹਨਾਂ ਨੇ ਕੁਝ ਵੀ ਪਾਇਆ ਹੋਵੇ ਅਤੇ ਕਿਤਨਾ ਵੀ ਠੀਕ ਪਾਇਆ ਹੋਵੇ, ਉਹਨਾਂ ਨੂੰ ਲੱਗਦਾ ਰਹਿੰਦਾ ਹੈ ਕਿ ਉਹ ਦੂਜੀ ਅਲਮਾਰੀ ਵਾਲੇ ਕੱਪੜੇ ਜਾਂ ਗਹਿਣੇ ਪਾ ਲੈਂਦੇ ਤਾਂ ਉਹਨਾਂ ਨੂੰ ਵਧੇਰੇ ਜਚਣੇ ਸਨ। ਅਸੀਂ ਸਮਝਦੇ ਹਾਂ ਸੰਸਾਰ ਬਦਲ ਰਿਹਾ, ਪਰ ਇਹ ਬਾਹਰੀ ਚਮਕ ਦਾ ਉਪਜਾਇਆ ਇੱਕ ਭੁਲੇਖਾ ਹੁੰਦਾ ਹੈ। ਹਰੇਕ ਸਵੇਰ ਅਸੀਂ ਸੋਚਦੇ ਹਾਂ ਅੱਜ ਕੱਲ੍ਹ ਨਾਲੋਂ ਚੰਗੇਰਾ ਦਿਨ ਹੈ, ਪਰ ਸ਼ਾਮ ਨੂੰ ਮਹਿਸੂਸ ਕਰਦੇ ਹਾਂ ਕਿ ਕੱਲ੍ਹ ਵਰਗਾ ਹੀ ਸੀ। ਸੰਸਾਰ ਵਿੱਚ ਸਾਰੀ ਜੱਦੋ-ਜਹਿਦ ਜਿਉਂਦੇ ਰਹਿਣ ਲਈ ਹੈ ਅਤੇ ਸਾਡੇ ਉੱਤੇ ਜੰਗਲ ਦਾ ਕਾਨੂੰਨ ਅੱਜ ਵੀ ਲਾਗੂ ਹੈ। ਜਿਵੇਂ ਹੁਣ ਵੀ ਜੇ ਕੋਈ ਸੱਪ ਦਿਸ ਜਾਵੇ, ਅੱਗ ਲੱਗ ਜਾਵੇ ਜਾਂ ਲੱਕੜੀ ਜਾਂ ਲੜਾਈ ਛਿੜ ਪਵੇ ਤਾਂ ਅਸੀਂ ਉਵੇਂ ਹੀ ਵਿਹਾਰ ਕਰਦੇ ਹਾਂ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਕਰਦੇ ਸਾਂ। ਮੈਨੂੰ ਸ਼ਮਸ਼ਾਨ ਘਾਟ ਜਾਣ ਦਾ ਮੌਕਾ ਮਿਲਦਾ ਹੀ ਰਹਿੰਦਾ ਹੈ। ਇੱਕ ਵਾਰੀ ਅਰਥੀਆਂ ਦਾ ਲੰਮੇ ਅਰਸੇ ਤੋਂ ਸੰਸਕਾਰ ਕਰਨ ਵਾਲੇ ਨੂੰ ਮੈਂ ਪੁੱਛਿਆ, ਤੁਹਾਡੀ ਜ਼ਿੰਦਗੀ ਦਾ ਤਜਰਬਾ ਕੀ ਕਹਿੰਦਾ ਹੈ? ਤਾਂ ਉਸਨੇ ਕਿਹਾ, ਮੈਨੂੰ ਤਾਂ ਇੰਜ ਲੱਗਦਾ ਹੈ ਜਿਵੇਂ ਹਰ ਵਾਰੀ ਇੱਕ ਹੀ ਬੰਦਾ ਨਾਮ ਬਦਲ ਕੇ ਆਈ ਜਾਂਦਾ ਹੈ। ਰਾਜ ਭਵਨ ਦੇ ਮਾਲੀ ਨੇ ਇਸੇ ਪ੍ਰਸ਼ਨ ਦਾ ਉੱਤਰ ਦਿੰਦਿਆਂ ਕਿਹਾ, ਸਰਕਾਰ ਕਿਸੇ ਪਾਰਟੀ ਦੀ ਬਣੇ, ਹਾਰ ਪਾਉਣ ਵਾਲੇ ਉਹੀ ਰਹਿੰਦੇ ਹਨ। ਅਖਬਾਰ ਦੇ ਸੰਪਾਦਕ ਨੇ ਕਿਹਾ, ਕੁਝ ਵਾਪਰੀ ਜਾਵੇ, ਸਾਡਾ ਕੰਮ ਉਸ ਦੀ ਦਿਲਚਸਪ ਖਬਰ ਬਣਾਉਣਾ ਹੈ। ਇੱਕ ਵਿਉਂਤਕਾਰ ਨੇ ਕਿਹਾ, ਕੁਝ ਵੀ ਵਿਉਂਤ ਅਨੁਸਾਰ ਨਹੀਂ ਵਾਪਰਦਾ, ਪਰ ਫਿਰ ਵੀ ਲੋਕ ਵਿਉਂਤਾਂ ਬਣਾਉਂਦੇ ਹਨ। ਜੀਵਨ ਨੂੰ ਭਾਵੇਂ ਕਿਤਨਾ ਹੀ ਵਿਉਂਤ ਲਿਆ ਜਾਵੇ, ਪਰ ਘਰ ਦੇ ਖਰਚੇ, ਕਰਜ਼ੇ ਦੀ ਰਕਮ ਅਤੇ ਦੁਸ਼ਮਣਾਂ ਦੀ ਗਿਣਤੀ ਹਮੇਸ਼ਾ ਅਨੁਮਾਨ ਤੋਂ ਵੱਧ ਜਾਂਦੀ ਹੈ। ਇਹ ਵੀ ਭੁਲੇਖਾ ਹੈ
ਕਿ ਦੂਜੇ ਸੁਖੀ ਹਨ ਅਤੇ ਅਸੀਂ ਦੁਖੀ। ਮੇਰੇ ਇੱਕ ਬੜੇ ਤਜਰਬੇਕਾਰ ਬਜ਼ੁਰਗ ਵਾਕਫ ਹਨ। ਉਹਨਾਂ ਨੇ ਆਪਣੇ ਸਿਆਣੇ ਅਤੇ ਹੋਣਹਾਰ ਪੁੱਤਰ ਨੂੰ ਆਪਣੀ ਬਣਾਈ ਜਾਇਦਾਦ ਅਤੇ ਸਮੁੱਚੇ ਜੀਵਨ ਦੀ ਬੱਚਤ ਸੰਭਾਲ ਦਿੱਤੀ। ਦੋਸਤਾਂ ਮਿੱਤਰਾਂ ਨੇ ਕਿਹਾ, ਐਵੇਂ ਆਪਣੀ ਜਾਇਦਾਦ ਤੇ ਆਪਣਾ ਹੱਕ ਨਾ ਤਿਆਗੋ, ਪਰ ਉਹਨਾਂ ਨੂੰ ਕਿਸੇ ਦੀ ਸਲਾਹ ਪਸੰਦ ਨਾ ਆਈ। ਗਲਤੀ ਕਰਨ ਵੇਲੇ ਅਸੀਂ ਨਾ ਕਿਸੇ ਦੇ ਨਾਲ ਸਲਾਹ ਕਰਦੇ ਹਾਂ ਅਤੇ ਨਾ ਹੀ ਕਿਸੇ ਦੀ ਸਲਾਹ ਪਸੰਦ ਕਰਦੇ ਹਾਂ। ਕੁਝ ਹੀ ਮਹੀਨਿਆਂ ਵਿੱਚ ਨੂੰਹ ਪੁੱਤਰ ਨੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ। ਹੁਣ ਉਹ ਬਿਰਧ ਆਸ਼ਰਮ ਵਿੱਚ ਸਾਰਿਆਂ ਨੂੰ ਆਪਣੀ ਹੱਡ-ਬੀਤੀ ਸੁਣਾਉਂਦੇ ਹਨ। ਤੁਸੀਂ ਵੀ ਕਈ ਅਜਿਹੇ ਮਾਤਾ-ਪਿਤਾ ਵੇਖੇ ਹੋਣਗੇ। ਅਜਿਹਾ ਵਾਪਰਨ ਦਾ ਕਾਰਨ ਇਹ ਹੈ, ਜਦੋਂ ਸੰਤਾਨ ਨੂੰ ਅਣਕਮਾਇਆ ਧਨ ਮਿਲ ਜਾਂਦਾ ਹੈ ਤਾਂ ਉਹਨਾਂ ਦਾ ਜੀਵਨ ਬੇਲੋੜੇ ਹੀ ਸੁਖਦਾਈ ਹੋ ਜਾਂਦਾ ਹੈ। ਉਹਨਾਂ ਨੂੰ ਉਹ ਸਹੂਲਤਾਂ ਮਿਲ ਜਾਂਦੀਆਂ ਹਨ ਜਿਨ੍ਹਾਂ ਦੇ ਉਹ ਯੋਗ ਨਹੀਂ ਹੁੰਦੇ। ਪਤਨੀਆਂ ਵਿੱਚ ਵਿਖਾਵੇ ਦੀ ਬਿਰਤੀ ਵਧੇਰੇ ਹੁੰਦੀ ਹੈ, ਸੋ ਉਹ ਅਚਾਨਕ ਮਿਲੇ ਧਨ ਨਾਲ ਘਰ ਨੂੰ ਦੂਜਿਆਂ ਨੂੰ ਵਿਖਾਈਆਂ ਜਾਣ ਵਾਲੀਆਂ ਵਸਤਾਂ ਨਾਲ ਭਰ ਦਿੰਦੀਆਂ ਹਨ ਅਤੇ ਇਸ ਚਮਕੀਲੇ ਵਾਤਾਵਰਨ ਵਿੱਚ ਬੇਰੰਗ ਬਜ਼ੁਰਗ ਬੈਠੇ ਵਿਚਰਦੇ ਜੱਚਦੇ ਨਹੀਂ। ਸੋ ਬਜ਼ੁਰਗਾਂ ਦਾ ਉੱਥੇ ਰਹਿਣਾ ਸੰਭਵ ਨਹੀਂ ਹੁੰਦਾ। ਮਿਹਨਤ ਤੋਂ ਬਿਨਾਂ ਨਾ ਜ਼ਿੰਮੇਵਾਰੀ ਆਉਂਦੀ ਹੈ, ਨਾ ਹੀ ਪਕਿਆਈ। ਜਾਇਦਾਦ ਮੁੜ ਗਰੀਬੀ ਵਿੱਚ ਤਿਲਕਣ ਵਿਰੁੱਧ ਬੀਮਾ ਹੁੰਦੀ ਹੈ। ਐਵੇਂ ਹੀ ਜੇ ਮਾਂ ਦੀ ਜਾਇਦਾਦ ਹੋਵੇ ਤਾਂ ਉਸ ਦਾ ਬੱਚਿਆਂ ਦੀ ਦੇਖਭਾਲ ਉੱਤੇ ਪਿਓ ਦੀ ਜਾਇਦਾਦ ਨਾਲੋਂ ਵੀ ਚੰਗੇਰਾ ਪ੍ਰਭਾਵ ਪੈਂਦਾ ਹੈ। ਤਜਰਬਾ ਦੱਸਦਾ ਹੈ ਕਿ ਲੋਕ ਮਿਲੇ ਮੌਕਿਆਂ ਤੋਂ ਲਾਭ ਨਹੀਂ ਉਠਾਉਂਦੇ, ਕਿਉਂਕਿ ਮੌਕਾ ਕੰਮ ਦੇ ਵਸਤਰ ਪਹਿਨ ਕੇ ਆਉਂਦਾ ਹੈ। ਕਿਸਮਤ ਪੋਲੀ ਜਿਹੀ ਦਸਕਤ ਹੀ ਦਿੰਦੀ ਹੈ, ਜਦੋਂ ਕਿ ਮੁਸੀਬਤ ਦਰਵਾਜ਼ਾ ਭੰਨ ਕੇ ਅੰਦਰ ਲੰਘ ਆਉਂਦੀ ਹੈ। ਗੱਲਬਾਤ ਅਤੇ ਗੱਪ ਵਿੱਚ ਅੰਤਰ ਇਹ ਹੈ ਕਿ ਗੱਪਾਂ ਅਤੀਤ ਸੰਬੰਧੀ ਹੁੰਦੀਆਂ ਹਨ, ਜਦੋਂ ਕਿ ਗੱਲਬਾਤ ਭਵਿੱਖ ਸੰਬੰਧੀ ਹੁੰਦੀ ਹੈ। ਗੱਪ ਵਿੱਚ ਮਨੋਰੰਜਨ ਹੁੰਦਾ ਹੈ, ਗੱਲਬਾਤ ਵਿੱਚ ਵਿਕਾਸ ਹੁੰਦਾ ਹੈ। ਗੱਲਬਾਤ ਵਿੱਚ ਅਰਥ ਹੁੰਦੇ ਹਨ, ਅਰਥਾਂ ਨਾਲ ਵਿਕਾਸ ਵਾਪਰਦਾ ਹੈ। ਕਿਸੇ ਦੀ ਯੋਗਤਾ ਜਾਂ ਗੁਣਾਂ ਸੰਬੰਧੀ ਗੱਪਾਂ ਨਹੀਂ ਮਾਰੀਆਂ ਜਾ ਸਕਦੀਆਂ। ਗੱਪਾਂ ਦਾ ਵਿਸ਼ਾ ਕਿਸੇ ਦੀ ਸਿਆਣਪ ਨਹੀਂ, ਕਿਸੇ ਦੀ ਮੂਰਖਤਾ ਹੁੰਦੀ ਹੈ। ਬਹੁਤੇ ਭੁੱਖੇ ਅਤੇ ਬਹੁਤੇ ਰੱਜੇ ਹੋਏ ਲੋਕ ਠੀਕ ਨਿਰਣਾ ਨਹੀਂ ਕਰ ਸਕਦੇ। ਇੱਕ ਵਾਰੀ ਇੱਕ ਕਮੇਟੀ ਨੇ ਸਕੂਲ ਉਸਾਰਨ ਲਈ 8 ਥਾਵਾਂ ਵੇਖਣੀਆਂ ਸਨ। 4 ਵੇਖ ਕੇ ਮੈਂਬਰ ਥੱਕ ਗਏ, ਰੱਜ ਕੇ ਭੋਜਨ ਖਾ ਲਿਆ। 5ਵੀਂ ਥਾਂ ਵੇਖ ਕੇ ਕਿਹਾ, ਇਹੀ ਠੀਕ ਹੈ, ਬਾਕੀ ਥਾਵਾਂ ਵੇਖੀਆਂ ਹੀ ਨਹੀਂ। ਸੁਆਦਲਾ ਭੋਜਨ ਵਧੇਰੇ ਖਾਧਾ ਜਾਂਦਾ ਹੈ, ਕਿਉਂਕਿ ਜੀਭ ਨੇ ਹਜਮ ਨਹੀਂ ਕਰਨਾ ਹੁੰਦਾ, ਕੇਵਲ ਸਵਾਦ ਲੈਣਾ ਹੁੰਦਾ ਹੈ। ਤਜਰਬਾ ਦੱਸਦਾ ਹੈ ਕਿ ਜਿਹੜੇ ਤਜਰਬੇ ਤੋਂ ਨਹੀਂ ਸਿੱਖਦੇ ਉਹ ਪੁਰਾਣੀਆਂ ਗਲਤੀਆਂ ਦੁਹਰਾਉਂਦੇ ਰਹਿੰਦੇ ਹਨ। ਜਿਹੜੇ ਸਿੱਖਦੇ ਹਨ ਉਹੀ ਵਿਕਾਸ ਕਰਦੇ ਹਨ। ਗਲਤੀਆਂ ਸਾਨੂੰ ਬੰਨ੍ਹ ਲੈਂਦੀਆਂ ਹਨ, ਪਰ ਤਜਰਬਾ ਬਾਹਰ ਨਿਕਲਣ ਦਾ ਰਾਹ ਵਿਖਾਉਂਦਾ ਹੈ ਅਤੇ ਸਫਲਤਾ ਸਾਨੂੰ ਸੁਤੰਤਰ ਕਰਦੀ ਹੈ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਥੈਂਕਸ ਫॉर ਵਾਚਿੰਗ।